जी हुण आपां शुरू करन लगे हां लॉस ऑफ बायोडाइवर्सिटी। लॉस ऑफ बायोडाइवर्सिटी की हुंदा बच्चे, अलग अलग किसी भी प्रजाति अपने अवेलेबल होंदियां ने, वो हुंदा बायोडाइवर्सिटी। ठीक है, पर उन्हां दे विचों किसी भी एक स्पीसीस नूं मतलब कि एक्सटिंक्ट हो जाए ਜਾਂ ਉਹਨੂੰ ਕੋਈ ਨੁਕਸਾਨ ਪਹੁੰਚੇ ਕਿਸੇ ਦੂਸਰੀ ਸਪੀਸੀਸ ਦੇ ਕਰਕੇ, ਉਹ ਇਹਦੇ ਵਿੱਚ ਆਪਾਂ ਪੜਾਂਗੇ ਕੀ ਨੁਕਸਾਨ ਹੁੰਦੇ ਨੇ, ਕਿਹੜੇ ਤਰੀਕੇ ਨਾਲ। ਠੀਕ ਹੈ, ਸਿੰਸ ਦਾ ਲਾਸਟ ਫਿਊ ਡਿਕੇਡਸ growth in human population has increased the rate of consumption of natural resources। ਪਿਛਲੇ ਕੁਝ ਦਹਾਕਿਆਂ ਤੋਂ, ਡਿਕੇਡ ਹੁੰਦਾ 10 ਸਾਲ ਨੂੰ ਆਪਾਂ ਗੱਲ ਕਰਦੇ ਹਾਂ। ਠੀਕ ਹੈ, ਪਿਛਲੇ ਕੁਝ ਦਹਾਕਿਆਂ ਤੋਂ growth in human population has increased, ਹਿਊਮਨ ਪਾਪੂਲੇਸ਼ਨ ਬਹੁਤ ਜ਼ਿਆਦਾ ਇਨਕਰੀਜ਼ ਹੋ ਰਹੀ ਹੈ। ਠੀਕ ਹੈ, ਉਹਦੇ ਨਾਲ ਜਿਹੜੇ ਨੈਚੁਰਲ ਰਿਸੋਰਸਿਸ ਨੇ, ਕਿਉਂਕਿ ਹਿਊਮਨ ਬੀਇੰਗਸ ਨੈਚੁਰਲ ਰਿਸੋਰਸਿਸ ਨੂੰ ਹੀ ਕੰਜ਼ਿਊਮ ਕਰਦੇ ਨੇ, ਤਾਂ ਕਰਕੇ ਜਿਹੜਾ ਗਰੋਥ ਰੇਟ ਹਿਊਮਨ ਬੀਇੰਗਸ ਦੇ ਇਨਕਰੀਜ਼ ਹੋ ਰਹੀ ਹੈ, ਉਹਦੇ ਨਾਲ ਕੰਜ਼ੰਪਸ਼ਨ ਵੀ ਇਨਕਰੀਜ਼ ਹੋ ਰਹੀ ਹੈ ਨੈਚੁਰਲ ਰਿਸੋਰਸਿਸ ਦੀ। ਇਟ ਹੈਜ਼ ਐਕਸਲਰੇਟਿਡ ਦਾ ਲੋਸ ਆਫ ਸਪੀਸੀਜ਼ ਐਂਡ ਹੈਬੀਟੇਸ਼ਨ ਇਨ ਡਿਫਰੈਂਟ ਪਾਰਟਸ ਆਫ ਦਾ ਵਰਲਡ। ਉਹਦੇ ਨਾਲ ਕੀ ਹੁੰਦਾ ਹੈ, ਕਾਫੀ ਸਾਰੀਆਂ ਸਪੀਸੀਜ਼ ਦਾ ਲੋਸ ਹੋਇਆ ਹੈ, ਅਤੇ ਉਹਨਾਂ ਦੇ ਕਿਉਂਕਿ ਰੀਜ਼ਨ ਕੀ ਹੈ ਇਹਦਾ, ਅਲੱਗ ਸਪੀਸੀਜ਼ ਦਾ ਲੋਸ ਕਿਉਂ ਹੋਇਆ, ਕਿਉਂ ਉਹਨਾਂ ਦੀ ਗਿਣਤੀ ਘਟੀ ਹੈ, ਕਿਉਂਕਿ ਉਹਨਾਂ ਦੇ ਹੈਬੀਟੇਸ਼ਨ ਦੇ ਨਾਲ ਖਿਲਵਾੜ ਕੀਤਾ ਹਿਊਮਨ ਬੀਇੰਗਸ ਨੇ। Tropical regions which occupy only about 1/4 of the total area of the world contain about 3/4 of the world human population। ਟ੍ਰੋਪੀਕਲ ਰੀਜਨਸ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਵੀਡੀਓ ਦੇ ਵਿੱਚ ਕਿ ਜਿਹੜੇ ਟ੍ਰੋਪਿਕਸ ਆਫ ਕੈਂਸਰ ਅਤੇ ਟ੍ਰੋਪਿਕ ਆਫ ਕੈਪਰੀਕੋਰਨ ਵਾਲਾ ਰੀਜਨ ਹੈ। ਠੀਕ ਹੈ, ਇਕੁਏਟਰ ਤੋਂ ਥੋੜ੍ਹਾ ਜਿਹਾ ਸਾਈਡ 'ਤੇ ਇਹ ਉੱਤੇ ਹੈ, ਥੋੜ੍ਹਾ ਜਿਹਾ ਥੱਲੇ ਹੈ। ਠੀਕ ਹੈ, ਉਹ ਜਿਹੜਾ ਰੀਜਨ ਹੈ, ਠੀਕ ਹੈ, ਉਹਦੇ ਵਿੱਚ 1/4 ਆਫ ਹਿਊਮਨ ਪਾਪੂਲੇਸ਼ਨ ਹੈ, 1/4 ਏਰੀਆ ਸੌਰੀ ਵਰਲਡ ਦਾ, ਉਹਦੇ ਵਿੱਚ 3/4 ਹਿਊਮਨ ਪਾਪੂਲੇਸ਼ਨ ਜ਼ਿਆਦਾ ਐਗਜ਼ਿਸਟ ਕਰਦੀ ਹੈ, ਕਿਉਂਕਿ ਉੱਥੋਂ ਦਾ ਕਲਾਈਮੇਟ, ਉੱਥੋਂ ਦੇ ਆਪਾਂ ਕਹਿ ਸਕਦੇ ਹਾਂ ਇਨਵਾਇਰਮੈਂਟ ਸੂਟੇਬਲ ਹੈ, ਹਿਊਮਨ ਬੀਇੰਗਸ ਨੂੰ ਜ਼ਿਆਦਾ ਪਸੰਦ ਹੈ। ਠੀਕ ਹੈ, ਓਵਰ ਐਕਸਪਲੋਇਟੇਸ਼ਨ ਆਫ ਰਿਸੋਰਸਿਸ ਐਂਡ ਡਿਫੋਰੈਸਟੇਸ਼ਨ ਹੈ ਬਿਕਮ ਰੈਂਪੈਂਟ ਟੂ ਫੁਲਫਿਲ ਦਾ ਨੀਡਸ ਆਫ ਲਾਰਜ ਪਾਪੂਲੇਸ਼ਨ। ਹੁਣ ਉੱਥੋਂ ਦੇ ਜਿਹੜੇ ਰਿਸੋਰਸਿਸ ਨੇ, ਹੁਣ ਕਿਉਂਕਿ ਜ਼ਿਆਦਾਤਰ ਟ੍ਰੋਪੀਕਲ ਰੀਜਨਸ ਨੇ ਜਿਹੜੇ, ਉੱਥੇ ਹੀ ਇਹ ਚੀਜ਼ਾਂ ਜ਼ਿਆਦਾ ਐਗਜ਼ਿਸਟ ਕਰਦੇ ਨੇ ਹਿਊਮਨ ਬੀਇੰਗਸ ਨੇ ਜਿਹੜੇ। ਠੀਕ ਹੈ, ਸੋ ਇਹਦਾ ਕਾਰਨ ਜਿਹੜੇ ਉੱਥੇ ਨੈਚੁਰਲ ਰਿਸੋਰਸਿਸ ਨੇ ਉਹਨਾਂ ਦੀ ਓਵਰ ਐਕਸਪਲੋਇਟੇਸ਼ਨ ਹੋਈ, ਓਵਰ ਯੂਜ਼ ਕੀਤਾ, ਡੀਫੋਰੈਸਟੇਸ਼ਨ ਹੋਈ ਉੱਥੇ। ਠੀਕ ਹੈ, ਜਿਹਦੀ ਵਜ੍ਹਾ ਕਰਕੇ ਉੱਥੋਂ ਦੀਆਂ ਬਾਕੀ ਸਪੀਸੀਜ਼ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਿਆ। As those tropical rainforests contain 50% of the species on the earth, destruction of natural habitats have proved disastrous for the entire biosphere। ਜਿਹੜੇ ਉੱਥੇ ਰੇਨ ਫੋਰੈਸਟ ਸੀਗੇ, ਉਹ 50% ਸਪੀਸੀਜ਼ ਜਿਹੜੀਆਂ ਅਰਥ ਦੀਆਂ ਨੇ, ਟੋਟਲ 50%, ਯਾਨੀ ਕਿ ਏਰੀਆ ਹੈਗਾ 1/4 ਆਪਣੀ ਟੋਟਲ ਅਰਥ ਦਾ, ਬਟ ਸਪੀਸੀਜ਼ ਕਿੰਨੀਆਂ ਰਹਿੰਦੀਆਂ ਨੇ ਉੱਥੇ 50%, ਮਤਲਬ ਕਿ ਅੱਧੀਆਂ ਸਪੀਸੀਜ਼ ਉਹਨਾਂ ਟ੍ਰੋਪੀਕਲ ਰੇਨ ਫੋਰੈਸਟ ਦੇ ਵਿੱਚ ਐਗਜ਼ਿਸਟ ਕਰਦੀਆਂ ਨੇ, ਜਿਹਦੀ ਡਿਸਟਰਕਸ਼ਨ ਦੇ ਕਰਕੇ ਉਹਨਾਂ ਦਾ ਜਿਹੜਾ ਨੈਚੁਰਲ ਹੈਬੀਟੈਟ ਹੈ ਉਹਨੂੰ ਨੁਕਸਾਨ ਪਹੁੰਚਿਆ, ਅਤੇ ਉਹਨਾਂ ਦਾ ਜਿਹੜਾ ਬਾਇਓਸਫੀਅਰ ਹੈ ਉਹਦੇ ਨਾਲ ਖਿਲਵਾੜ ਕੀਤਾ ਗਿਆ, ਛੇੜਛਾੜ ਕੀਤੀ ਗਈ, ਜਿਨ੍ਹਾਂ ਦੀ ਵਜ੍ਹਾ ਕਰਕੇ ਉਹ ਜ਼ਿਆਦਾ ਸਪੀਸੀਜ਼ ਜਿਹੜੀਆਂ ਉੱਥੋਂ ਐਕਸਟਿੰਕਟ ਹੋ ਚੁੱਕੀਆਂ ਨੇ। ਨੈਚੁਰਲ ਕਲੈਮਿਟੀਜ਼ ਸੱਚ ਐਜ਼ ਅਰਥਕੁਏਕਸ, ਫਲੱਡਸ, volcanic eruptions, forest fires, droughts etc. cause damage to the flora and fauna of the earth, bringing change the biodiversity of respective affected regions। ਹੁਣ ਜਿਹੜੇ ਏਰੀਆਜ਼ ਦੇ ਵਿੱਚ ਫਲੱਡ ਆਉਂਦਾ ਹੈ, ਵੋਲਕੈਨਿਕ ਇਰਪਸ਼ਨਸ ਹੁੰਦੀਆਂ ਨੇ, ਫੋਰੈਸਟ ਫਾਇਰਸ ਹੁੰਦੇ ਨੇ, ਸੋਕਾ ਪੈ ਜਾਂਦਾ ਹੈ। ਠੀਕ ਹੈ, ਉੱਥੋਂ ਦੀ ਫਲੋਰਾ ਫੌਨਾ, ਜਾਂ ਫਲੋਰਾ ਕੀ ਹੁੰਦਾ ਬੱਚੇ, ਪਲਾਂਟੇਸ਼ਨ, ਅਤੇ ਫੌਨਾ ਹੁੰਦੇ ਨੇ ਐਨੀਮਲਸ। ਠੀਕ ਹੈ, ਇਹਨਾਂ ਨੂੰ ਪ੍ਰਭਾਵਿਤ ਜਿੱਥੇ ਵੀ ਇਹ ਹੁੰਦਾ ਹੈ, ਉੱਥੇ ਇਹਨਾਂ ਚੀਜ਼ਾਂ ਦਾ ਨੁਕਸਾਨ ਹੁੰਦਾ ਹੈ। Pesticides and other pollutants such as hydrocarbons and toxic heavy metals destroy the weak and sensitive species which are not the natural inhabitants of the local habitat but are introduced in the system are called exotic species। ਪੈਸਟੀਸਾਈਡਸ ਅਤੇ ਪੋਲਿਊਟੈਂਟਸ ਨਾਲ ਵੀ ਮਤਲਬ ਆਪਣੇ ਅਰਥ ਦੇ ਨੀਚੇ ਜਿਹੜੀਆਂ ਚੀਜ਼ਾਂ, ਮਤਲਬ ਜਿਹੜੀਆਂ ਸਪੀਸੀਜ਼ ਨੇ ਜਿਹੜੀਆਂ ਸੋਇਲ ਦੇ ਵਿੱਚ ਰਹਿੰਦੀਆਂ ਨੇ, ਉਹ ਚੀਜ਼ਾਂ ਨੂੰ ਵੀ ਨੁਕਸਾਨ ਹੁੰਦਾ ਹੈ। ਪਰ ਇਹਦੇ ਇਲਾਵਾ ਜਿਹੜੀਆਂ ਆਪਾਂ ਸਪੀਸੀਜ਼ ਬਾਹਰਲੇ ਕਿਸੇ ਐਟਮੋਸਫੀਅਰ ਦੇ ਵਿੱਚੋਂ, ਬਾਹਰਲੇ ਐਨਵਾਇਰਨਮੈਂਟ ਦੇ ਵਿੱਚੋਂ ਲਿਆ ਕੇ ਆਪਾਂ ਕਿਸੇ ਦੂਜੀ ਜਗ੍ਹਾ ਗਰੋ ਕਰਦੇ ਹਾਂ, ਜਾਂ ਉੱਥੇ ਲਿਆ ਕੇ ਉਹਨੂੰ ਸੈਟਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਜਿਹੜੀਆਂ ਬਾਹਰਲੀਆਂ ਸਪੀਸੀਜ਼ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਨਾਮ ਦਿੰਦੇ ਹਾਂ ਐਗਜ਼ੋਟਿਕ ਸਪੀਸੀਜ਼। ਉਹ ਵੀ ਕਿਤੇ ਨਾ ਕਿਤੇ ਇਕੋ ਸਿਸਟਮ ਦੇ ਨਾਲ ਆਪਾਂ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਫੋਰ ਐਗਜ਼ਾਮਪਲ ਹੁੰਦਾ ਸਫੈਦਾ। ਠੀਕ ਹੈ, ਸਫੈਦਾ ਆਪਣੇ ਇੰਡੀਆ ਦੀ ਜਿਹੜੀ ਹੈਗੀ ਹੈ, ਇੰਡੀਆ ਦਾ ਸਪੀਸੀਜ਼ ਨਹੀਂ ਹੈਗੀ, ਉਹ ਬਾਹਰੋਂ ਲਿਆਂਦੀ ਹੋਈ ਸਪੀਸੀਜ਼ ਹੈ। ਠੀਕ ਹੈ, ਯੂਕਲਿਪਟਸ ਆਪਾਂ ਇਹਨੂੰ ਕਹਿੰਦੇ ਹਾਂ। ਠੀਕ ਹੈ, ਪਰ ਉਹ ਰੀਜ਼ਨ ਕੀ ਹੈ ਉਹਦਾ, ਉਹ ਜਿੱਥੇ ਐਗਜ਼ਿਸਟ ਆਪਣੇ ਆਪ ਗਰੋ ਕਰਦਾ। ਠੀਕ ਹੈ, ਜਿੱਥੇ ਉਹ ਨੈਚੁਰਲ ਸਪੀਸੀਜ਼, ਉਹ ਨੇਟਿਵ ਸਪੀਸੀਜ਼ ਹੈ ਜਿਹੜੇ ਦੇਸ਼ ਦੀ, ਜਿੱਥੋਂ ਦੀ,
ਉੱਥੇ ਉਹ ਆਪਣੇ ਆਪ ਗਰੋ ਕਰਦਾ, ਉੱਥੇ ਉਹਨੂੰ ਸਫੀਸ਼ੀਐਂਟ ਮਿਨਰਲਸ ਅਤੇ ਸਫੀਸ਼ੀਐਂਟ ਵਾਟਰ ਅਰਥ ਦੇ ਵਿੱਚੋਂ ਮਿਲਦਾ। ਪਰ ਆਪਣੇ ਉਹ ਆਲੇ ਦੁਆਲੇ ਜਿੱਥੇ ਆਪਾਂ ਗਰੋ ਕਰਦੇ ਹਾਂ, ਆਪਣੇ ਆਲੇ ਦੁਆਲੇ ਉਹ ਕੁਛ ਵੀ ਗਰੋ ਹੋਣ ਨਹੀਂ ਦਿੰਦਾ। ਉੱਥੋਂ ਦੇ ਮਿਨਰਲਸ, ਉੱਥੋਂ ਦਾ ਵਾਟਰ ਉਹ ਸਿਰਫ ਇੱਕ ਪਲਾਂਟ ਹੀ ਕੰਜ਼ਿਊਮ ਕਰ ਜਾਂਦਾ, ਠੀਕ ਹੈ। ਇਹ ਚੀਜ਼ ਕੀ ਹੈ, ਇਹ ਇਕੋਸਿਸਟਮ ਖਰਾਬ ਕਰਨ ਵਾਲੀ ਗੱਲ ਹੈ। There are many examples when a natural biotic community of the ecosystem suffered extensive damage because of the introduction of exotic species। बहुत सारियां एग्जाम्पल्स ने जिते मतलब कि इकोसिस्टम सफ़र करता है, ठीक है, कादी वजह करके एग्जॉटिक स्पीसीज़ के इंट्रोडक्शन तो बाद। During the last few decades, some animals like tigers, elephants, rhinoceros, crocodiles, minks and birds were hunted mercilessly by the poachers for their horn, tusk, hides, etc. It has resulted in the rendering of certain types of organism as endangered category। बहुत सारे एनिमल्स ने जिमें टाइगर्स हो गए, एलीफेंट्स हो गए, राइनोसीरोस, क्रोकोडाइल्स, सारिया चीज़ां, ठीक है। टाइगर की मतलब कि खल लई, ठीक है, एलीफेंट्स के दंदां लई, राइनोसीरोस के हॉर्न दे लई, ये मतलब अलग अलग चीज़ां ने जिहड़ियां आपां नूं अलग अलग एनीमल्स तो मिलदियां ने। किसी ना किसी प्रजाति का शिकार किया जाता है उहदे तो मिलण वाले फायदे करके, ठीक है, जिहदी वजह करके ये सारियां जिहड़ियां स्पीसीज़ ने ये अज एंडेंजर्ड कैटेगरी दे विच ने। एंडेंजर्ड की हुंदा भी ये खत्म होने के कगार ते ने। एक्सटिंक्ट का मतलब हुंदा बिल्कुल खत्म हो चुकियां ने। एंडेंजर्ड का मतलब ये खत्म होने वालियां ने, ठीक है, खत्म हो रही ने वड्डी रेट के उत्ते, ठीक है। इन्हां दा रेट ऑफ मतलब कि आपां कह दईए भी खत्म होने का रेट है जिहड़ा वो ज़्यादा वध रहा है, ठीक है। नैक्सट देखो, द इंटरनेशनल यूनियन ऑफ कंजरवेशन ऑफ नेचर एंड नैचुरल रिसोर्सिस, ये बहुत ज़्यादा इंपॉर्टेंट है तुहाडे लई याद रखना। हैज़ क्लासीफाइड द थ्रीटन स्पीसीज ऑफ प्लांट्स एंड एनीमल्स इनटू 3 कैटेगरीज फॉर द परपस ऑफ देयर कंजरवेशन। ये जिहड़ा IUCN है इन्हें थ्रीटन स्पीसीज मतलब कैटेगरी क्लासीफाई कर लिया अलग अलग स्पीसीज नूं, ठीक है, जिन्हां दे विच आउंदे ने थ्रीटन स्पीसीज ऑफ प्लांट्स ते एनीमल्स। इन्हां नूं अलग अलग कैटेगरीज दे विच एंडेंजर्ड स्पीसीज किहड़े हुंदे ने, वल्नरेबल स्पीसीज किहड़े हुंदे ने, रेयर स्पीसीज, मतलब अलग अलग कैटेगरीज दे विच डिवाइड कीता। आपां इहदे बारे पढ़दे हां। एंडेंजर्ड स्पीसीज इट इनकलूड द दोज स्पीसीज विच आर इन डेंजर ऑफ एक्सटिंक्शन, ਜਿਹੜੀਆਂ कि खत्म होने वालियां ने, ठीक है, जिन्होंने खत्म होने का एक्सटिंक्शन का खतरा है। द IUCN पब्लिशस और इनफॉर्मेशन अबाउट एंडेंजर्ड स्पीसीज वर्ल्ड वाइड एज द रैड लिस्ट ऑफ थ्रीटन स्पीसीज। एक रैड लिस्ट जारी करती होंगी IUCN जिहदे एंडेंजर्ड स्पीसीज का आप कह सकते हैं लिस्ट की जांदियां ने। वल्नरेबल स्पीसीज आ एग्जाम्पल है भी रैड पांडा एक एंडेंजर्ड स्पीसीज की। वल्नरेबल स्पीसीज किहड़ियां हुंदियां ने, दिस इनकलूड्स द स्पीसीज विच आर लाइकली टू बी इन डेंजर ऑफ एक्सटिंक्शन इन द नीयर फ्यूचर इफ द फैक्टर्स थ्रेटिंग टू देयर एक्सटिंक्शन कंटिन्यू। ये वो स्पीसीज ने जिहड़ियां कि फ्यूचर दे विच किते ना किते इन्हां नूं खत्म होने का मतलब कि यह एंडेंजर्ड लिस्ट दे विच आ सकदियां ने जे वो फैक्टर्स कंट्रोल ना कीते गए जिहड़े इन्हां स्पीसीज नूं खतरा पहुँचा रहे हैं, ठीक है। सर्वाइवल ऑफ दीज स्पीसीज इज़ नॉट एश्योर्ड एज देयर पॉपूलेशन हैज़ रिड्यूस्ड ग्रेटली। इन्हां दा बचना मतलब कि अश्योर नहीं हुंदा, ठीक है, मतलब कोई गारंटी नहीं हैगी भी ये बच जाएंगे क्योंकि इन्हां दी पॉपूलेशन वड्डे लैवल ते रिड्यूस हो चुकी है, घट चुकी है, डिक्रीज़ हो चुकी है। नैक्सट आ गई रेयर स्पीसीज। पॉपूलेशन ऑफ दीज स्पीसीज इज़ वेरी स्मॉल इन द वर्ल्ड, दे आर कन्फाइंड टू लिमिटेड एरियाज और थिनली ਸਕੈਟਰਡ ओवर अ वाइडर एरिया। देखो ये की है, ये वो पॉपूलेशन है जिहड़ी बहुत घट एरियाज़ दे विच मिलदी है, ठीक है, जां फिर एरिया वड्डा है पर एक थिन बेल्ट है, ठीक है, मतलब कि बहुत छोटी मतलब ये कह लो, ठीक है, भी एक बेल्ट है पूरी, ਉਹਦੇ ਵਿੱਚ बहुत घट जगह ਤੇ मान लो इंडिया ਦੇ ਵਿੱਚ कह लो, ठीक है, इंडिया ਦੇ ਵਿੱਚ सिर्फ कोई इदां ਦਾ जानवर ਹੋਵੇ ਜਿਹੜਾ सिर्फ पंजाब ਦੇ ਵਿੱਚ ਪਾਇਆ ਜਾਵੇ ਜਾਂ कह लो ਕੱਲੇ एक छोटे ਜਿਹੇ स्टेट मान लो सब तो छोटा स्टेट गोवा कह लो, ठीक है, मान लो कोई इदां ਦੀ स्पीसीज ਜਿਹੜੀ ਕੱਲੀ गोवा ਦੇ ਵਿੱਚ ਐਗਜ਼ਿਸਟ ਕਰਦੀ ਹੋਵੇ ਉਹ ਸਾਰੀਆਂ ਰੇਅਰ ਸਪੀਸੀਜ਼ ਜਿਹੜੀਆਂ ਬਹੁਤ ਘੱਟ ਮਿਲਦੀਆਂ ਹੋਣ, ਠੀਕ ਹੈ, ਉਹ ਆਉਂਦੀਆਂ ਨੇ ਰੇਅਰ ਸਪੀਸੀਜ਼ ਦੇ ਵਿੱਚ। ਸੋ ਇਹ ਸੀਗਾ ਆਪਣਾ ਲੌਸ ਆਫ ਬਾਇਓਡਾਇਵਰਸਿਟੀ। ਇਸ ਤੋਂ ਬਾਅਦ ਆ ਗਿਆ ਕੰਜ਼ਰਵੇਸ਼ਨ। ਆਪਾਂ ਇਹਨਾਂ ਨੂੰ ਕੰਜ਼ਰਵ ਕਿੱਦਾਂ ਕਰਦੇ ਹਾਂ ਇਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਪੜ੍ਹਦੇ ਹਾਂ।